ਰੈਗੂਲਰ ਕੀਤਾ ਜਾਵੇ। ਉਹ ਟਾਈਮ ਯਾਦ ਕੀਤਾ ਜਾਵੇ ਜਦੋਂ ਅਸੀਂ ਨੌਕਰੀ ਜੁਆਇਨ ਕੀਤੀ ਸੀ ਤੇ ਹਾਲਾਤ ਟਾਈਮ ਯਾਦ ਕੀਤਾ ਜਾਵੇ ਜਦੋਂ ਅਸੀਂ ਨੌਕਰੀ ਜੁਆਇਨ ਕੀਤੀ ਸੀ ਤੇ ਹਾਲਾਤ 3 ਕੈਟਾਗਰੀਆਂ ਰੱਖੀਆਂ ਗਈਆਂ ਸੀ, ਸਫਾਈ ਸੇਵਕ ਸੀ, ਸਟਾਫ ਨਰਸ ਸੀ ਤੇ ਵਾਰਡ ਅਟੈਂਡੈਂਟ। ਇਹਨਾਂ ਨੇ ਸਾਨੂੰ ਚਿੱਠੀ ਗਵਰਨਮੈਂਟ ਪੰਜਾਬ ਸਰਕਾਰ ਨੇ ਦੇ ਦਿੱਤੀ ਵੀ ਜੀ ਇਹਨਾਂ ਨੂੰ ਕੱਢ ਦਿੱਤਾ। ਇਹਨਾਂ ਨੇ ਸਾਨੂੰ ਚਿੱਠੀ ਗਵਰਨਮੈਂਟ ਪੰਜਾਬ ਸਰਕਾਰ ਨੇ ਦੇ ਦਿੱਤੀ ਵੀ ਜੀ ਇਹਨਾਂ ਨੂੰ ਕੱਢ ਦਿੱਤਾ। ਅਸੀਂ ਕਿਸੇ ਨੂੰ ਕਹਿੰਦੇ ਹੁੰਦੇ ਸੀ ਸਾਨੂੰ ਪਾਣੀ ਪਿਆ ਦੇ, ਸਾਡੇ ਤੋਂ ਕਹਿ ਦਿੰਦੇ ਸੀ ਨਾ ਤੁਸੀਂ ਤਾਂ ਕਰੋਨਾ ਵਾਲੇ, ਸਾਡੇ ਤੋਂ ਦੂਰ ਦੂਰ ਭੱਜ ਕਿਉਂ ਕੱਢ ਰਹੀ ਹੈ। ਸਾਡੇ ਘਰ ਦਾ ਇਹਨਾਂ ਨੇ ਚੁੱਲ੍ਹਾ ਕਿਉਂ ਕੱਢ ਰਹੀ ਹੈ। ਸਾਡੇ ਘਰ ਦਾ ਇਹਨਾਂ ਨੇ ਚੁੱਲ੍ਹਾ ਕਿਉਂ ਬੰਦ। ਘਰ ਵਿੱਚ 6-7 ਜਾਣੇ ਆ, ਮੈਂ ਇਕੱਲੀ ਕਮਾਉਣ ਵਾਲੀ ਆ, ਦੱਸ ਮੈਂ ਇਹਨਾਂ ਨੂੰ ਕਿੱਥੋਂ ਖਵਾਉਂਗੀ, ਕਿੱਥੋਂ। ਮੇਰੇ ਘਰ ਵਿੱਚ 6-7 ਜਾਣੇ ਆ, ਮੈਂ ਇਕੱਲੀ ਕਮਾਉਣ ਵਾਲੀ ਆ, ਦੱਸ ਮੈਂ ਇਹਨਾਂ ਨੂੰ ਕਿੱਥੋਂ ਖਵਾਉਂਗੀ, ਕਿੱਥੋਂ। ਮੇਰੇ ਘਰ ਵਿੱਚ 6-7 ਜਾਣੇ ਆ, ਮੈਂ ਇਕੱਲੀ ਕਮਾਉਣ ਵਾਲੀ ਆ, ਦੱਸ ਮੈਂ ਇਹਨਾਂ ਨੂੰ ਕਿੱਥੋਂ ਖਵਾਉਂਗੀ, ਕਿੱਥੋਂ ਖਵਾਉਂਗੀ। ਆਊਟਸੋਰਸ ਤੇ ਮੈਡੀਕਲ ਕਾਲਜ ਫਰੀਦਕੋਟ 'ਚ ਕੰਮ ਕਰਦੇ ਅਧਿਕਾਰੀਆਂ ਨੂੰ ਕੱਢਣ ਦੀ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਹਸਪਤਾਲਾਂ 'ਚ ਲੈਟਰ ਸਿਆਸੀ ਪਾਰਟੀਆਂ ਤੱਕ ਪਹੁੰਚੀ। ਮੈਡੀਕਲ ਫਰੀਦਕੋਟ 'ਚ ਰੋਸ ਤੇ ਬੈਠੇ ਅਧਿਕਾਰੀਆਂ ਨੂੰ ਹੱਕ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਦੇ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਆਪ ਪਾਰਟੀ ਦੇ ਗੁਰਦਿੱਤ ਸਿੰਘ ਸੇਖੋਂ ਮੈਡੀਕਲ ਸਟਾਫ ਵੱਲੋਂ ਕੀਤੇ ਜਾ ਰਹੇ ਰੋਸ ਵਿੱਚ ਪੁੱਜੇ। वो बड़ी शर्म की गल है, सारी मानवता वास्ते बड़ी शर्म की गल है। सिर झुकदा है जो देखदा है कि जिन्होंने असीं करोना वॉरीयर कहने हैं, करोना योधे है साडे, जिन्होंने उस समय मानवता की सेवा की जो पुत मावां नूं पछाणनों हट गए सी। इहो जिहे हालात भी आपां उदों देखे है। मैनूं याद है जो पद्म श्री भाई निर्मल सिंह खालसा जी पूरे हुंदे है, जिन्हां ने सारी दुनिया दे विच गुरमत का प्रचार किया। उन्हां दे अंतिम रस्मां वास्ते पिंड वालियां ने जगह देण तो मना करती सी जी। इहो जिहे हालात उदों बने सी। अमृतसर का केस है, एक लुधियाने का केस है, कई केस मैनूं याद आउंदे है जो मापियां की डैथ हुंदी सी ते उन्हां दे धी पुत उन्हां दीयां बॉडीज़ नूं क्रिमेट करन नूं तैयार नहीं सी। इन्ना खौफ सी उस वेले। इन्हां ने सारियां ने आपदी जान जोखम च पा के आपदे परिवारां दा फिक्र ना करते हुए, आपदी जिम्मेवारी समझते हुए, एक सेवा भावना नाल इन्हां ने करोना की लड़ाई लड़ी। ते जदों मतलब सरकार नूं इन्हां दी लोड़ मुक गई, हुण इन्हां नूं लगदा कि शायद थर्ड वेव ना आवे ते सारियां दीयां सर्विसिज टर्मीनेट करन दा फैसला कर लिया। सो अज मैं एक इंसानियत के तौर पर भी
ਤੇ ਸ਼੍ਰੋਮਣੀ ਅਕਾਲੀ ਦਲ ਦਾ ਨੁਮਾਇੰਦਾ ਹੋਣ ਦੇ ਤੌਰ ਤੇ ਵੀ ਇੱਥੇ ਇਹਨਾਂ ਦੇ ਵਿੱਚ ਆਇਆ। ਮੈਂ ਬਾਦਲ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਹਨਾਂ ਦਾ ਸੰਘਰਸ਼ ਹੈ ਜਿਹੜਾ ਉਹ ਇੱਕ ਬੜਾ ਪਵਿੱਤਰ ਸੰਘਰਸ਼ ਹੈ, ਬਿਕੋਜ਼ ਇਹ ਇੱਕ ਪੋਲੀਟੀਕਲ ਸੰਘਰਸ਼ ਨਹੀਂ ਹੈ, ਬਹੁਤ ਵੱਡੀ ਸੇਵਾ ਹੈ ਇਹਨਾਂ ਦੀ। ਜਦੋਂ ਮਤਲਬ ਕੱਲੀ ਉਸ ਵੇਲੇ ਕਰੋਨਾ ਦੀ ਦਵਾਈ ਤਾਂ ਕੋਈ ਸੀ ਨਹੀਂ ਯਾਰ, ਅੱਜ ਵੀ ਹੈ ਨਹੀਂ, ਉਹ ਤਾਂ ਸੇਵਾ ਹੈ ਜਿਹੜੀ ਕੋਈ ਜਾ ਕੇ ਉਹਨੂੰ ਕਰ ਲਵੇ। ਇਹਨਾਂ ਨੇ ਉਦੋਂ ਸੇਵਾ ਕੀਤੀ। ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣ ਆਇਆ ਕਿ ਇਸ ਸੰਘਰਸ਼ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦੇ ਨਾਲ ਰਹਿ ਕੇ ਇਸ ਸੰਘਰਸ਼ 'ਚ ਇਹਨਾਂ ਦਾ ਸਾਥ ਦੇਵਾਂਗੇ। ਜਿੱਥੇ ਕਿਤੇ ਸਾਡੀ ਲੋੜ ਮਹਿਸੂਸ ਕਰਨਗੇ, ਮੇਰੀ ਜ਼ਾਤੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਆਗੂ ਦੀ ਇਹ ਲੋੜ ਮਹਿਸੂਸ ਸਮਝਣਗੇ, ਅਸੀਂ ਇਹਨਾਂ ਨਾਲ 24 ਘੰਟੇ ਹਾਜ਼ਰ ਹਾਂ। ਕਿਉਂਕਿ ਮੈਨੂੰ ਪਤਾ ਲੱਗਿਆ ਜਲਾਲਾਬਾਦ ਵੀ, ਫਰੀਦਕੋਟ, ਅੰਮ੍ਰਿਤਸਰ ਤੇ ਪਟਿਆਲਾ ਇਹ ਟਰਮੀਨੇਸ਼ਨਸ ਹੋਈਆਂ ਤੇ ਲੜਾਈ ਜਾਰੀ ਰਹੂਗੀ। ਇਹਨਾਂ ਦੀ ਲੜਾਈ ਜਿਹੜੀ ਹੈ, ਕਿਉਂਕਿ ਇਹਨਾਂ ਨਾਲ ਗੁਰੂ ਸਾਹਿਬ ਦਾ ਆਸ਼ੀਰਵਾਦ ਵੀ ਇਹਨਾਂ ਦੇ ਨਾਲ ਹੈ, ਐਡੀ ਵੱਡੀ ਸੇਵਾ ਇਹਨਾਂ ਨੇ ਕੀਤੀ ਹੈ। ਮੈਂ ਤਾਂ ਇਹਨਾਂ ਨੂੰ ਇੱਕ ਗੱਲ ਕਹਿਣਾ ਕਿ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ, ਇਹਨਾਂ ਦੇ ਨਾਲ ਲੜਾਂਗੇ ਤੇ ਇਹਨਾਂ ਨੂੰ ਇਨਸਾਫ ਦਿਵਾ ਕੇ ਹਟਾਂਗੇ। ਇਸ ਗੱਲ ਤੇ ਮੈਂ ਇਹਨਾਂ ਨੂੰ ਅੱਜ ਵਿਸ਼ਵਾਸ ਦਿਵਾਉਣਾ ਹੈ। ਸਰ, ਜਿਹੜਾ ਕਾਂਗਰਸ ਸਰਕਾਰ ਨੇ ਘਰ ਘਰ ਨੌਕਰੀ ਦਾ ਕੀਤਾ ਸੀ ਐਲਾਨਿਆ, ਇਹਦੇ ਵਿੱਚ ਜਿਹੜੇ ਹੈਗੇ ਇਹਨਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਗਿਆ। ਦੇ ਤਾਂ ਦਿੱਤੀ ਘਰ ਘਰ ਨੌਕਰੀ। ਰਵਨੀਤ ਬਿੱਟੂ ਦੇ ਭਰਾ ਨੂੰ ਡਿਪਟੀ ਲਾਤਾ ਕੈਬਨਿਟ 'ਚੋਂ ਸਪੈਸ਼ਲ ਪਰਮਿਸ਼ਨ ਲੈ ਕੇ। ਕਾਂਗੜ ਦੇ ਜਵਾਈ ਨੂੰ ਐਕਸਾਈਜ਼ ਇੰਸਪੈਕਟਰ ਲਾਤਾ, ਪਾਂਡੇ ਦੇ ਮੁੰਡੇ ਨੂੰ ਤਹਿਸੀਲਦਾਰ ਲਾਤਾ, ਫਤਿਹ ਬਾਜਵਾ ਦੇ ਮੁੰਡੇ ਨੂੰ ਆਪਣਾ ਲਾਤਾ ਇੰਸਪੈਕਟਰ। ਤੇ ਇਦੋਂ ਲੋੜਵੰਦ ਸਾਰੇ ਪੰਜਾਬ 'ਚ ਕੋਈ ਹੈ ਹੀ ਨਹੀਂ ਸੀ ਯਾਰ, ਬਹੁਤ ਗਰੀਬ ਹੈ ਨਾ ਉਹ ਸਾਰੇ ਲੋਕ। ਵੇਖੋ ਬਿੱਟੂ ਹੋਰਾਂ ਦੇ ਪਰਿਵਾਰ 'ਚ ਕੀ ਆ, ਉਹਨਾਂ ਕੋਲੇ ਵਿਚਾਰਿਆਂ ਕੋਲੇ ਦਾਦਾ ਮੁੱਖ ਮੰਤਰੀ ਰਿਹਾ, ਪਿਓ ਮੰਤਰੀ ਰਿਹਾ, ਇੱਕ ਭਰਾ MLA, ਇੱਕ ਭਰਾ MP ਹੈ। ਇਦੋਂ ਲੋੜਵੰਦ ਕੋਈ ਹੋ ਸਕਦਾ? ਘਰ ਘਰ ਨੌਕਰੀ ਦਾ ਮਜ਼ਾਕ ਬਣਾਤਾ ਇਹਨਾਂ ਨੇ। ਕੈਪਟਨ ਅਮਰਿੰਦਰ ਸਿੰਘ ਨੇ ਨਾਅਰਾ ਦਿੱਤਾ ਸੀ, ਕਾਂਗਰਸ ਪਾਰਟੀ ਨੇ ਨਾਅਰਾ ਦਿੱਤਾ ਸੀ ਕਿ ਜਦੋਂ ਸਾਡੀ ਸਰਕਾਰ ਆ ਗਈ ਹਰ ਘਰ ਨੌਕਰੀ ਪੱਕੀ। ਆਹ ਨੌਕਰੀ ਤੁਹਾਡੇ ਸਾਹਮਣੇ ਹੈ। ਜਿਨ੍ਹਾਂ ਨੂੰ ਮਤਲਬ ਇੱਕ ਯੂਜ਼ ਐਂਡ ਥਰੋ ਦੀ ਪਾਲਿਸੀ, ਬੰਦੇ ਨੂੰ ਕੋਈ ਸ਼ਰਮ ਹੀ ਹੁੰਦੀ ਹੈ ਯਾਰ, ਇਨਸਾਨੀਅਤ ਦੇ ਤੌਰ ਤੇ ਸ਼ਰਮ ਕਰ ਲੈਂਦਾ ਕਿ ਉਦੋਂ ਲੜਾਈ ਇਹਨਾਂ ਲੋਕਾਂ ਨੇ ਲੜੀ ਜਦੋਂ ਡੇਲੀ ਡੈਥ ਰੇਟ ਵੱਧ ਰਿਹਾ ਸੀ। ਜੇ ਇਹ ਲੋਕ ਨਾ ਹੁੰਦੇ ਤਾਂ ਸ਼ਾਇਦ ਪਤਾ ਨਹੀਂ ਕਿੰਨੀਆਂ ਅਨੇਕਾਂ ਮਾਵਾਂ ਆਪਦੇ ਪੁੱਤ ਗਵਾਉਂਦੀਆਂ, ਪੁੱਤ ਆਪਦੇ ਮਾਪੇ ਗਵਾਉਂਦੇ, ਭੈਣਾਂ ਆਪਦੇ ਸੁਹਾਗ ਗਵਾਉਂਦੀਆਂ, ਹਰ ਬਹੁਤ ਮਾੜੇ ਹਾਲਾਤ ਹੋਣੇ ਸੀ। ਤੇ ਉਸ ਵੇਲੇ ਇਹਨਾਂ ਨੂੰ ਵਰਤ ਕੇ ਅੱਜ ਸਰਵਿਸਿਜ਼ ਟਰਮੀਨੇਟ ਕਰਨਾ, ਜਿੰਨਾ ਸਖਤ ਸ਼ਬਦਾਂ 'ਚ ਨਿੰਦਿਆ ਕਰਦੀ ਹੈ ਉਨੀ ਥੋੜੀ ਹੈ। ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਉਹਨਾਂ ਬੱਚਿਆਂ ਦੀ ਜ਼ਿੰਦਗੀ ਨੂੰ ਦਾਅ 'ਤੇ ਲਾਇਆ ਜਾ ਰਿਹਾ ਜਿਨ੍ਹਾਂ ਨੇ ਕਰੋਨਾ ਦੇ ਟਾਈਮ ਦੇ ਵਿੱਚ, ਜਦੋਂ ਸਾਡੇ ਦੇਸ਼ ਦੇ ਉੱਤੇ ਇੱਕ ਬਹੁਤ ਵੱਡੀ ਮਹਾਮਾਰੀ ਜਿਹੜੀ ਭਿਆਨਕ ਬਿਮਾਰੀ ਹੈ ਉਹਨੇ ਦਸਤਕ ਦਿੱਤੇ ਸੀ, ਔਰ ਇਹਨਾਂ ਨੇ ਸਰਕਾਰ ਦੇ ਨਾਲ ਹਸਪਤਾਲਾਂ ਦੇ ਵਿੱਚ ਖੜ੍ਹ ਕੇ ਉਸ ਬਿਮਾਰੀ ਦੇ ਵਿੱਚ ਜਿਹੜਾ ਜੋ ਯੋਗਦਾਨ ਪਾਇਆ ਉਹਦੇ ਤੋਂ ਦੇਸ਼ ਨੂੰ ਮੁਕਤ ਕੀਤਾ ਹੈ। ਤਾਂ ਪਰ ਹੁਣ ਕੀ ਸਰਕਾਰ ਆ ਵੀ ਇਹਨਾਂ ਨੂੰ ਉਹ ਗੱਲ ਹੈ ਵੀ ਜਦੋਂ ਲੋੜ ਸੀ ਉਦੋਂ ਤਾਂ ਤੁਸੀਂ ਰੱਖ ਲਿਆ ਤੇ ਹੁਣ ਇਹਨਾਂ ਦੀ ਜਿਹੜੀਆਂ ਲੱਤਾਂ ਮਾਰ ਕੇ ਬਾਹਰ ਕੱਢ ਰਹੀ ਹੈ ਸਰਕਾਰ। ਇਹਨਾਂ ਨੂੰ ਸਗੋਂ ਇਨਾਮ ਦੇਣੇ ਬਣਦੇ ਸੀ। ਜਿਹੜਾ ਵੀ ਬੰਦਾ ਯੁੱਧ ਕਰਦਾ ਉਹਨੂੰ ਪਰਮਵੀਰ ਚੱਕਰ ਦਾ ਹੋਰ ਚੱਕਰ ਦਿੱਤੇ ਜਾਂਦੇ, ਪਰ ਇਹਨਾਂ ਨੂੰ ਜੰਗ ਜਿੱਤਣ ਦੀ ਇਵਜ਼ ਦੇ ਵਿੱਚ ਜਿਹੜਾ ਇਹਨਾਂ ਨੂੰ ਨੌਕਰੀ ਤੋਂ ਫਾਰਗ ਕੀਤਾ ਜਾ ਰਿਹਾ। ਇਹਨਾਂ ਦੇ ਸਮਰਥਨ ਵਾਸਤੇ ਇੱਥੇ ਆਏ, ਕੱਲ੍ਹ ਵੀ ਆਏ ਸੀਗੇ, ਕਿਉਂਕਿ ਇਹ ਲੜਾਈ ਬਹੁਤ ਵੱਡੀ ਹੈ। ਮੈਡੀਕਲ ਕਾਲਜ ਦੇ ਅੰਦਰ ਵੀ ਮੈਂ ਜਾ ਕੇ ਆਇਆ, ਬਾਥਰੂਮਾਂ ਦਾ ਜਿਹੜਾ ਪਾਣੀ ਆ ਉਹ ਬਰਾਂਡਿਆਂ ਦੇ ਵਿੱਚ ਤੁਰਿਆ ਫਿਰਦਾ। ਕੋਈ ਜਿਹੜੇ ਮਰੀਜ਼ ਪਏ ਆ ਬੈੱਡਾਂ ਦੇ ਉੱਤੇ ਉਹਨਾਂ ਦੇ ਕੋਈ ਟੀਕਾ ਲਾਉਣ ਵਾਲਾ ਨਹੀਂ, ਕਿਉਂਕਿ ਇਹਦੇ ਵਿੱਚ ਸਫਾਈ ਕਰਮਚਾਰੀ ਵੀ ਹੈ, ਇਹ 'ਚ ਹੈਲਪਰ ਵੀ ਹੈ, ਇਹ 'ਚ ਜਿਹੜੀਆਂ ਆਪਣੀਆਂ ਸਟਾਫ ਨਰਸਾਂ ਵੀ ਹੈ ਸਾਡੀਆਂ ਭੈਣਾਂ। ਤਾਂ ਨਾ ਤਾਂ ਕੋਈ ਅੰਦਰ ਟੀਕੇ ਲਾਉਣ ਵਾਲਾ ਮਿਲਦਾ, ਨਾ ਕੋਈ ਸਫਾਈ ਕਰਨ ਵਾਲਾ ਮਿਲਦਾ, ਨਾ ਕੋਈ ਹੈਲਪਰ ਮਿਲਦਾ। ਤਾਂ ਜਿਹੜਾ ਮੈਡੀਕਲ ਦੇ ਅੰਦਰ ਪਹਿਲਾਂ ਤੋਂ ਹੀ ਸਟਾਫ ਦੀ ਘਾਟ ਨਾਲ ਇਹ ਮੈਡੀਕਲ ਜੂਝ ਰਿਹਾ, ਔਰ ਜਿਹੜੇ 208-10 ਬੰਦੇ ਆ ਇਹ ਕੱਢ ਕੇ ਜਿਹੜਾ ਹੈ ਉਹ ਹੋਰ ਵੀ ਜਿਹੜਾ ਲੋਕਾਂ ਦੇ ਉੱਤੇ ਜਿਹੜਾ ਉਹ ਮਾੜੇ ਪ੍ਰਬੰਧ ਹੋ ਜਾਣੇ, ਕਿਉਂਕਿ ਇੰਨੇ ਬੰਦਿਆਂ ਦੀ ਘਾਟ ਪੂਰੀ ਨਹੀਂ ਹੋ ਸਕਣੀ। ਮੈਡੀਕਲ ਦੇ ਸਾਰੇ ਜਿਹੜੇ ਕੰਮ ਆ ਉਹ ਰੁਕ ਜਾਣਗੇ। ਇਸ ਕਰਕੇ VC ਨੂੰ ਵੀ ਬੇਨਤੀ ਕਰਦੇ, ਸਰਕਾਰ ਨੂੰ ਵੀ ਬੇਨਤੀ ਕਰਦੇ ਕਿ ਜਿਹੜੇ ਬੰਦਿਆਂ ਨੇ ਆਪਦੀ ਜਾਨ ਦਾਅ 'ਤੇ ਲਾ ਕੇ ਸਾਡੇ ਦੇਸ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਅੱਜ ਦੇਸ਼ ਦਾ ਫਰਜ਼ ਬਣਦਾ ਉਹਨਾਂ ਨੂੰ ਰੁਜ਼ਗਾਰ ਦੇਵੇ ਔਰ ਉਹਨਾਂ ਦੇ ਬੱਚਿਆਂ ਦੀ ਤੇ ਉਹਨਾਂ ਦੇ ਪਰਿਵਾਰ ਦੀ ਰਾਖੀ ਸਰਕਾਰ। ਪਰਮਿੰਦਰ ਕੌਰ ਜੀ, ਲਗਾਤਾਰ ਤੁਹਾਡਾ ਸੰਘਰਸ਼ ਕੀਤਾ ਜਾ ਰਿਹਾ ਹੈ, ਕੀ ਮੰਗਾਂ ਨੇ ਤੁਹਾਡੀਆਂ ਤੇ ਹੁਣ ਕੀ ਅਗਲੀ ਤੁਹਾਡੀ ਕਾਰਵਾਈ? ਸਾਡੀ ਮੰਗਾਂ ਇਹ ਕਿ ਸਾਨੂੰ ਰੈਗੂਲਰ ਕੀਤਾ ਜਾਵੇ। ਉਹ ਟਾਈਮ ਯਾਦ ਕੀਤਾ ਜਾਵੇ ਜਦੋਂ ਅਸੀਂ ਨੌਕਰੀ ਜੁਆਇਨ ਕੀਤੀ ਸੀ ਤੇ ਹਾਲਾਤ ਕੀ ਸੀ, ਪੂਰੇ ਦੇਸ਼ ਦੇ ਹਾਲਾਤ ਕੀ ਸੀਗੇ, ਦੇਸ਼ ਦੇ ਕੀ, ਵਰਲਡ ਦੇ ਕੀ ਹਾਲਾਤ ਸੀਗੇ ਉਦੋਂ। ਉਹ ਟਾਈਮ ਪਲੀਜ਼ ਕੈਪਟਨ ਸਰਕਾਰ ਨੂੰ ਰਿਕੁਐਸਟ ਹੈ ਕਿ ਇੱਕ ਵਾਰੀ ਯਾਦ ਕਰ ਲਓ। ਉਸ ਤੋਂ ਬਾਅਦ ਜਿਹਨਾਂ ਨੂੰ ਲੱਗਦਾ ਕਿ ਇਹਨਾਂ ਦੀਆਂ ਸਰਵਿਸਿਜ਼ ਟਰਮੀਨੇਟ ਕਰਨੀਆਂ ਚਾਹੀਦੀਆਂ ਤਾਂ ਕਰ ਦੇਣ। ਇੱਕ ਵਾਰੀ ਹਾਲਾਤ ਜ਼ਰੂਰ ਯਾਦ ਕਰਨ। ਉਹ ਕਿੰਨੇ ਤੁਸੀਂ ਇੱਥੇ ਹੈਗੇ ਸਾਰੇ ਜਿਹੜੇ ਤੁਹਾਨੂੰ ਟਰਮੀਨੇਟ ਕੀਤਾ? ਨੀਅਰ ਅਬਾਊਟ 250 ਦੇ ਹੈਗੇ ਕਰੀਬ ਅਸੀਂ ਸਾਰੇ। ਕੁਛ ਵਿੱਚ ਵਾਰਡ ਅਟੈਂਡੈਂਟ ਆ, ਸਫਾਈ ਕਰਮਚਾਰੀ ਆ, ਅਸੀਂ ਨਰਸਿੰਗ ਸਟਾਫ ਆ। ਕਿੰਨਾ ਚਿਰ ਚੱਲੇਗਾ ਧਰਨਾ ਤੁਹਾਡਾ? ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਅਸੀਂ ਉਹ ਤਾਂ ਹੈ ਨਹੀਂ ਕਿ ਇਹਨਾਂ ਨੇ ਕੀ ਪਾਲਿਸੀ ਵਰਤੀ ਆ, ਯੂਜ਼ ਐਂਡ ਥਰੋ।
ਉਹ ਅਸੀਂ ਪਾਲਿਸੀ ਕਦੇ ਵੀ ਲਾਗੂ ਨਹੀਂ ਹੋਣ ਦੇਵਾਂਗੇ ਇਹਨਾਂ ਦੀ। ਨਾਮ ਗੁਰਵਿੰਦਰਪਾਲ ਸਿੰਘ ਆ, ਮੈਂ ਨਰਸਿੰਗ ਸਟਾਫ ਮੇਲ 'ਚ ਆਈ। ਅਸੀਂ ਅੱਜ ਤੋਂ 1.5 ਸਾਲ ਪਹਿਲਾਂ ਇਹਨਾਂ ਨੇ ਸਾਨੂੰ ਅਪਾਇੰਟਮੈਂਟ ਲੈਟਰ ਦਿੱਤਾ ਸੀ, ਕਾਲ ਕੀਤੀ ਸੀ ਵੀ ਤੁਸੀਂ ਇਹਦੇ ਲਈ ਐਲੀਜੀਬਲ ਹੈਗੇ, ਤੁਸੀਂ ਆ ਕੇ ਆਪਦੀਆਂ ਡਿਊਟੀਆਂ ਜੁਆਇਨ ਕਰੋ। 7 ਦਿਨ ਛੁੱਟੀ 7 ਦਿਨ ਡਿਊਟੀ ਦਾ ਇਹਨਾਂ ਨੇ ਕਹਿ ਕੇ ਸਾਨੂੰ ਰੱਖ ਲਿਆ। ਪਹਿਲਾਂ 15,000 ਸੈਲਰੀ ਕਹਿਤੀ, ਬਾਅਦ 'ਚ ਕਹਿੰਦੇ ਵੀ ਨਹੀਂ ਉਹ ਮੈਡਮ ਚੇਂਜ ਹੋ ਗਏ ਤੇ 10,000 ਸੈਲਰੀ। ਫਿਰ ਸਾਨੂੰ ਇਹਨਾਂ ਨੂੰ ਅਸੀਂ ਇਹ ਪੁੱਛਿਆ ਵੀ ਸਾਡੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਕੰਟੀਨਿਊ ਰਹਿਣਗੀਆਂ, ਇਹ ਨਾ ਹੋਵੇ ਕਰੋਨਾ ਖਤਮ ਹੋ ਗਿਆ ਤੇ ਤੁਸੀਂ ਸਾਨੂੰ ਭੇਜ ਦੋਗੇ। ਕਹਿੰਦੇ ਇਦਾਂ ਦੀ ਕੋਈ ਗੱਲ ਨਹੀਂ, ਅੱਜ ਤੱਕ ਇੱਥੋਂ ਦਾ ਕੋਈ ਵੀ ਸਟਾਫ ਕੱਢਿਆ ਨਹੀਂ ਗਿਆ, ਜੋ ਵੀ ਚਾਹੇ ਆਊਟਸੋਰਸ ਤੇ ਰੱਖਿਆ ਚਾਹੇ ਕੰਟਰੈਕਟ ਤੇ ਰੱਖਿਆ ਗਿਆ, ਕੋਈ ਸਟਾਫ ਕੱਢਿਆ ਨਹੀਂ ਗਿਆ। ਚਲੋ ਜੀ ਅਸੀਂ ਇਹੋ ਚੀਜ਼ ਮੰਨਦੇ ਹੋਏ 10,000 ਰੁਪਏ ਦੇ ਵਿੱਚ 1.5 ਸਾਲ ਤੋਂ ਨੌਕਰੀ ਕਰਦੇ ਆਉਣੇ ਪਏ। ਜਿਹੜੀਆਂ ਸਾਡੀਆਂ ਛੁੱਟੀਆਂ ਸੀ ਉਹ ਵੀ ਬੰਦ ਕਰਤੀਆਂ ਇਹਨਾਂ ਨੇ, ਸਿਰਫ ਮਹੀਨੇ 'ਚ 4 ਛੁੱਟੀਆਂ ਦੇਣੀਆਂ ਸਟਾਰਟ ਕਰਤੀਆਂ। ਉਦੋਂ ਬਾਅਦ ਇਹਨਾਂ ਨੇ ਕਿਹਾ ਵੀ ਚਲੋ ਤੁਹਾਡੀ ਤਨਖਾਹ ਸਾਡੀ ਟਾਈਮ ਤੇ ਨਹੀਂ ਆਉਂਦੀ ਸੀ, ਫਿਰ ਵੀ ਟਾਈਮ ਤੇ ਅਸੀਂ ਰੌਲਾ ਪਾਇਆ ਤੇ ਟਾਈਮ ਤੇ ਦੇਣ ਲੱਗ ਪਏ। ਕਈਆਂ ਨੂੰ ਧਮਕੀ ਮਿਲਣ ਲੱਗ ਪਈ, ਤੁਹਾਡੀ ਆਹ ਗੱਲ ਜੇ ਤੁਸੀਂ ਕਿੱਟ ਨਾ ਪਾਈ ਤੇ ਤੁਹਾਡਾ ਰਿਟਰਨ ਨਿਕਲ ਜਾਊਗਾ, ਤੁਹਾਨੂੰ ਇੱਥੇ ਭੇਜ ਦਾਂਗੇ। ਜਦੋਂ ਵੀ ਅਸੀਂ ਕਿੱਟ ਪਾਈ, ਜੇ ਦੂਜਾ ਅੰਦਰ 2-3 ਘੰਟੇ ਕਿੱਟ ਪਾਈ ਤੇ ਸਾਡਾ ਕਈ ਸਟਾਫ ਜਿਹੜੇ ਹੈਗੇ ਨੇ ਵਿੱਚੋਂ ਡਿੱਗੇ ਵੀ ਨੇ, ਬਿਮਾਰ ਵੀ ਹੋਏ, ਕਈ ਸਟਾਫ ਪੋਜ਼ਿਟਿਵ ਵੀ ਆਏ ਤੇ ਪੋਜ਼ਿਟਿਵ ਵਾਸਤੇ ਵੀ ਇਹਨਾਂ ਨੇ ਕੋਈ ਵੀ ਟ੍ਰੀਟਮੈਂਟ ਸਾਡਾ ਕੁਝ ਵੀ ਨਹੀਂ ਕੀਤਾ। ਫਿਰ ਵੀ ਅਸੀਂ ਉਹ ਚੀਜ਼ ਉਹਨੂੰ ਆਖਿਆ ਵੀ ਕੋਈ ਗੱਲ ਨਹੀਂ, ਰਹਿਣ ਦਿਓ, ਨਹੀਂ ਕੀਤਾ ਤੇ ਅਸੀਂ ਆਪਣੇ ਆਪ ਕਰਾ ਲਾਂਗੇ, ਚਲੋ ਸਾਨੂੰ ਸ਼ਾਇਦ ਇਹ ਪੱਕੇ ਕਰ ਹੀ ਦੇਣ। ਕਰਦਿਆਂ ਜੀ ਸਾਨੂੰ ਹੁਣ ਇਹਨਾਂ ਨੇ ਅੱਜ ਤੋਂ ਮਹੀਨਾ ਪਹਿਲਾਂ ਕਹਿੰਦੇ ਵੀ ਤੁਹਾਡੇ ਦੂਜਾ ਕਿ ਨਾ ESI ਦੇ ਕਾਰਡ ਬੰਨੇ ਤੇ ਡਾਕੂਮੈਂਟ ਦੇ ਦਿਓ। ਅਸੀਂ ਡਾਕੂਮੈਂਟ ਦੇ ਤੇ ਸਾਨੂੰ ਕੀ ਪਤਾ ਸੀ ਵੀ ਸਾਡੇ ਨਾਲ ਇੰਨਾ ਧੱਕਾ ਹੋ ਜਾਊਗਾ। 15 ਤਰੀਕ ਨੂੰ ਇਹਨਾਂ ਨੇ ਲੈਟਰ ਇਸ਼ੂ ਕਰਤਾ ਸਰਕਾਰ ਨੇ ਵੀ ਜਿੰਨੇ ਵੀ ਕਰੋਨਾ ਦੇ ਵਿੱਚ ਸਟਾਫ ਰੱਖੇ ਗਏ ਨੇ 822 ਜਣੇ, ਪਟਿਆਲਾ, ਅੰਮ੍ਰਿਤਸਰ, ਜਲਾਲਾਬਾਦ ਤੇ ਫਰੀਦਕੋਟ, ਇਹਨਾਂ ਨੂੰ ਰਿਲੀਵ ਕੀਤਾ ਜਾਵੇ। ਵੀ ਕੀ ਸਾਨੂੰ ਨਾਮ ਦੇਣ ਦੀ ਬਜਾਏ ਸਜ਼ਾ ਦੇਤੀ ਇਹਨਾਂ ਨੇ? ਤੇ ਸਾਡਾ ਇਹੋ ਹੀ ਮੰਗ ਆ ਵੀ ਸਾਨੂੰ ਰੈਗੂਲਰ ਕੀਤਾ ਜਾਵੇ ਤੇ ਸਾਨੂੰ ਕੰਟੀਨਿਊ ਡਿਊਟੀਆਂ ਤੇ ਵੈਸੇ ਹੀ ਬਿਠਾਇਆ ਜਾਵੇ, ਕਿਉਂਕਿ ਅਸੀਂ ਮੁਸ਼ਕਲ ਟਾਈਮ ਤੇ ਕੰਮ ਕੀਤਾ ਹੈ ਤੇ ਆਪਦੇ ਪਰਿਵਾਰ ਨੂੰ ਵੀ ਖਤਰੇ ਦੇ ਵਿੱਚ ਰੱਖ ਕੇ ਕੰਮ ਕੀਤਾ ਹੈ। ਮਿਹਰਬਾਨੀ। ਮੈਂ ਸਟਾਫ ਨਰਸ ਹਾਂ। ਮੈਂ ਜਲਾਲਾਬਾਦ ਵਿਖੇ ਸਿਵਲ ਹਸਪਤਾਲ ਵਿੱਚ ਜਿਹੜਾ ਵਾ ਕੰਮ ਕਰ ਰਹੀ ਹਾਂ। ਮੈਂ ਇੱਥੇ ਆਪਣੇ ਜਲਾਲਾਬਾਦ ਦੇ ਸਟਾਫ ਨੂੰ ਰਿਪਰੈਜ਼ੈਂਟ ਕਰਨ ਆਈ ਹਾਂ ਇਸ ਰੈਲੀ ਦੇ ਵਿੱਚ, ਇਸ ਸਟ੍ਰਾਈਕ ਦੇ ਵਿੱਚ। ਸਾਨੂੰ ਜਦੋਂ ਰੱਖਿਆ ਗਿਆ ਸੀ, ਜਦੋਂ ਸਾਡੀ ਅਪਾਇੰਟਮੈਂਟ ਹੋਈ, ਆਪਾਂ ਇੱਕ ਟੈਸਟ ਦਿੱਤਾ ਸੀਗਾ, ਆਪਾਂ ਉਹਦੇ ਟੈਸਟ ਦੇ ਵਿੱਚ ਇੱਕ ਵੇਟਿੰਗ ਲਿਸਟ ਦੇ ਵਿੱਚ ਸੀਗੇ। ਸਾਨੂੰ ਯੂਨੀਵਰਸਿਟੀ ਤੋਂ ਕਾਲਸ ਜਾਣੀਆਂ ਸ਼ੁਰੂ ਹੋਈਆਂ ਕਿ ਹਾਂ ਕਿ ਤੁਸੀਂ ਜਿਹੜਾ ਕੋਵਿਡ-19 ਦੇ ਵਿੱਚ ਤੁਹਾਨੂੰ ਆਪਾਂ ਅਪਾਇੰਟਮੈਂਟ ਦੇ ਰਹੇ ਹਾਂ, ਤੁਸੀਂ ਆਪਣੀ ਡਿਊਟੀ ਜਿਹੜੀ ਆ ਇੰਨੀ ਤਰੀਕ ਨੂੰ ਜੁਆਇਨ। ਆਪਾਂ ਬਕਾਇਦਾ ਡਾਕੂਮੈਂਟ ਵੈਰੀਫਿਕੇਸ਼ਨ ਕਰਾਈ, ਫੀਸਾਂ ਭਰੀਆਂ, ਸਾਰਾ ਕੁਝ ਕਰਨ ਦੇ ਬਾਵਜੂਦ ਆਪਾਂ ਜੁਆਇਨ ਕੀਤਾ ਇੱਥੇ। ਜੁਆਇਨਿੰਗ ਤੋਂ ਬਾਅਦ ਇਹਨਾਂ ਨੇ ਸਾਨੂੰ ਲੈਟਰ ਦਿੱਤਾ ਕਿ ਹਾਂ ਕਿ ਤੁਸੀਂ ਇੱਥੇ ਜੁਆਇਨਿੰਗ ਤੁਹਾਡੀ ਪੱਕੀ ਹੈ। ਆਪਾਂ ਪੁੱਛਿਆ ਕਿ ਤੁਸੀਂ ਸਾਨੂੰ ਕੱਢੋਗੇ ਤਾਂ ਨਹੀਂ। ਇਹਨਾਂ ਨੇ ਉਦੋਂ ਸਾਨੂੰ ਇਹੀ ਦਿਲਾਸਾ ਦਿਵਾਇਆ ਕਿ ਇੱਥੇ ਯੂਨੀਵਰਸਿਟੀ ਦੇ ਅੰਡਰ ਤੁਸੀਂ ਜੋ ਵੀ ਹੋ ਤੁਹਾਨੂੰ ਕਦੇ ਵੀ ਆਪਾਂ ਕੱਢਾਂਗੇ ਨਹੀਂ, ਕਿਉਂਕਿ ਇਹ ਸੰਸਥਾ ਬਹੁਤ ਜ਼ਿਆਦਾ ਵੱਡੀ ਹੈ। ਇੱਥੇ ਕੋਈ ਵੀ ਸਟਾਫ, ਕਿਉਂਕਿ ਤੁਹਾਨੂੰ ਵੀ ਪਤਾ ਹੈ ਪੇਸ਼ੈਂਟ ਰੇਸ਼ੋ ਦੇ ਮੁਤਾਬਕ ਸਟਾਫ ਦੀ ਰੇਸ਼ੋ ਬਹੁਤ ਜ਼ਿਆਦਾ ਘੱਟ ਹੈ। ਇੱਥੇ ਇੰਨਾ ਸਟਾਫ ਰੈਗੂਲਰ ਨਹੀਂ ਹੈਗਾ ਜਿੰਨਾ ਆਊਟਸੋਰਸਿਸ ਤੇ ਕੰਮ ਕਰਦਾ ਪਿਆ, ਔਰ ਆਊਟਸੋਰਸਿਸ ਤੇ ਉਹ ਵੀ ਕੋਵਿਡ ਦੇ ਦੌਰਾਨ। ਇਹ ਸਭ ਨੂੰ ਪਤਾ ਕਿ ਇਹਨਾਂ ਨੇ ਕੋਵਿਡ-19 ਦੇ ਲਈ ਸਪੈਸ਼ਲ ਰਿਕਰੂਟਮੈਂਟ ਕੀਤੀ ਸੀ ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਲੋੜ ਸੀਗੀ ਇਹ ਹਸਪਤਾਲਾਂ ਨੂੰ ਚਲਾਉਣ ਵਾਸਤੇ, ਉਹਨਾਂ ਨੇ ਸਾਨੂੰ ਕਿਹਾ ਸੀ, ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਸਾਨੂੰ ਕਿ ਜਦੋਂ ਅਗਲਾ ਕੋਈ ਟੈਸਟ ਆਵੇਗਾ ਤੇ ਆਪਾਂ ਤੁਹਾਨੂੰ ਪ੍ਰਾਇੋਰਟੀ ਬੇਸਿਸ ਤੇ ਰੱਖਾਂਗੇ। ਬਟ ਜਦੋਂ ਸਾਡੀਆਂ ਵੈਕੈਂਸੀਆਂ ਕੱਢੀਆਂ ਗਈਆਂ ਸਾਨੂੰ ਕੋਈ ਪ੍ਰਾਇੋਰਟੀ ਨਹੀਂ ਦਿੱਤੀ ਗਈ, ਕੋਈ ਕੁਝ ਨਹੀਂ ਕੀਤਾ ਗਿਆ। ਬਕਾਇਦਾ ਸਾਨੂੰ ਇੱਕ ਰਿਲੀਵਿੰਗ ਲੈਟਰ ਹੱਥ 'ਚ ਫੜਾ ਦਿੱਤਾ ਗਿਆ ਕਿ ਹਾਂ ਹੁਣ ਆਪਾਂ ਇਹ ਵੀ ਦੇਖਿਆ ਜਦੋਂ ਪਿੱਛੇ ਟੈਸਟ ਹੋਏ, ਬਕਾਇਦਾ ਸਾਡੇ ਇੰਨੇ ਜ਼ਿਆਦਾ ਨੰਬਰ ਹੋਣ ਦੇ ਬਾਵਜੂਦ ਵੀ ਸਾਨੂੰ ਸਰਕਾਰੀ ਅਦਾਰਿਆਂ ਵਿੱਚ ਸੀਟ ਨਹੀਂ ਦਿੱਤੀ ਗਈ। ਉਹਦੇ ਬਕਾਇਦਾ ਜਿਹੜੇ ਬੱਚੇ 30 ਨੰਬਰ 32 ਸਿਫਾਰਸ਼ੀਆਂ ਨੂੰ ਰੱਖਿਆ ਗਿਆ। ਤੇ ਸਾਡੇ ਇੱਥੇ ਆਊਟਸੋਰਸਿਸ ਤੇ ਕੰਮ ਕਰਨ ਦਾ ਕੀ ਫਾਇਦਾ ਜੇਕਰ ਇਹਨਾਂ ਨੇ ਸਾਡੇ ਕੋਲ ਰੋਟੀ ਖੋਣੀ ਹੀ ਸੀਗੀ, ਐਂਡ ਤੇ ਸਾਨੂੰ ਬੇਰੁਜ਼ਗਾਰ ਹੀ ਕਰਨਾ ਸੀ। ਆਪਾਂ ਕਿਉਂ ਇੰਨੇ ਵਧੀਆ ਪ੍ਰਾਈਵੇਟ ਹਸਪੀਟਲਸ ਤੋਂ ਛੱਡ ਕੇ ਆਏ ਜਿੱਥੇ ਸਾਨੂੰ 25 30 ਹਜ਼ਾਰ ਵੀ ਮਿਲ ਰਿਹਾ ਸੀ। ਫੋਰਟਿਸ ਵਰਗੇ, ਮੋਹਾਲੀ ਮੈਕਸ ਵਰਗੇ ਹਸਪੀਟਲ ਜਿਹੜੇ ਸਾਡੇ ਕੰਮ ਦੀ ਕਦਰ ਕਰਦੇ, ਇੱਥੇ ਤੇ ਸਾਡੇ ਕੰਮ ਦੀ ਕਦਰ ਹੀ ਨਹੀਂ ਕੀਤੀ ਜਾ ਰਹੀ ਕਿਉਂਕਿ ਇਹਨਾਂ ਨੇ ਸਾਨੂੰ ਯੂਜ਼ ਐਂਡ ਥਰੋ ਵਾਲਾ ਕੰਮ ਕੀਤਾ। ਆਪਾਂ ਪਹਿਲਾਂ ਵੀ ਆਪਣਾ ਕੰਮ ਜਿਹੜਾ ਵਾ ਬਹੁਤ ਐਂਥੂਸੀਆਜ਼ਮ ਨਾਲ ਕੀਤਾ ਸੀਗਾ ਤੇ ਵੀ ਆਰ ਸਟਿਲ ਡੂਇੰਗ ਆਵਰ ਵਰਕ ਵਿਦ ਫੁੱਲ ਆਫ ਪੋਜ਼ਿਟਿਵ એનર્ਜੀ ਐਂਡ ਫੁੱਲ ਆਫ ਐਂਥੂਸੀਆਜ਼ਮ। ਬਟ ਜੇਕਰ ਇਹ ਪਾਲਿਸੀ ਇੱਦਾਂ ਚਲਾਉਣਗੇ ਯੂਜ਼ ਐਂਡ ਥਰੋ, ਦੈਨ ਵੀ ਵਿਲ ਇੰਪਾਵਰ ਆਵਰ ਸਟ੍ਰਾਈਕ। ਠੀਕ ਹੈ, ਆਪਾਂ ਹੋਰ ਜ਼ਿਆਦਾ ਸਟ੍ਰਾਈਕ ਕਰਾਂਗੇ ਤੇ ਹੋਰ ਜ਼ਿਆਦਾ ਆਪਣੇ ਸੰਘਰਸ਼ ਨੂੰ ਵਧਾਵਾਂਗੇ। ਆਪਣੇ ਭੈਣ ਭਰਾਵਾਂ ਨੂੰ ਲੈ ਕੇ ਫਰੀਦਕੋਟ, ਪਟਿਆਲਾ, ਅੰਮ੍ਰਿਤਸਰ ਸਾਰਿਆਂ ਨਾਲ ਲੈ ਕੇ ਆਪਾਂ ਗੂੰਗੀ ਬੋਲੀ ਸਰਕਾਰ ਦੇ ਕੰਨ ਖੋਲਾਂਗੇ ਤੇ ਆਪਾਂ ਡੋਂਟ ਯੂਜ਼ ਐਂਡ ਥਰੋ ਵਾਲਾ ਕੰਮ ਨੂੰ ਹਟਾਵਾਂਗੇ। ਧੰਨਵਾਦ। ਮੇਰਾ ਨਾਮ ਪਰਵਿੰਦਰ ਸਿੰਘ ਹੈ ਜੀ। ਤੇ ਕੀ ਕਹਿਣਾ ਚਾਹੋਗੇ ਤੁਹਾਡੀ ਕਿਸ ਕਾਰਨ? ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨੂੰ ਵੀ ਜਿਸ ਟਾਈਮ ਕੋਵਿਡ ਚੱਲ ਰਿਹਾ ਸੀਗਾ ਉਸ ਟਾਈਮ ਦੇ ਵਿੱਚ ਸਾਨੂੰ ਇਹਨਾਂ ਨੇ
ਸਰਕਾਰ ਨੇ ਪੰਜਾਬ ਸਰਕਾਰ ਨੇ ਰੱਖਿਆ। ਉਸ ਟਾਈਮ ਇੰਨਾ ਜ਼ਿਆਦਾ ਸੀ ਨਾ ਵੀ ਮਾਂ ਪਿਓ ਵੀ ਜਿਸ ਨੂੰ ਕਰੋਨਾ ਹੋਇਆ ਸੀਗਾ ਉਸ ਦੇ ਕੋਲ ਨਹੀਂ ਸੀ ਆਉਂਦਾ, ਪਰ ਸਾਡੀਆਂ ਡਿਊਟੀਆਂ ਉਸ ਟਾਈਮ ਲਾਈਆਂ ਗਈਆਂ। ਅਸੀਂ ਉਹਨਾਂ ਦੀ ਸੇਵਾ ਕੀਤੀ, ਉਹਨਾਂ ਨੂੰ ਬਚਾਇਆ। ਜੇ ਕੋਈ ਬੰਦਾ ਡੈੱਡ ਵੀ ਹੋ ਜਾਂਦਾ ਸੀਗਾ, ਉਹਨਾਂ ਦੇ ਸਨਮਾਨ ਪੂਰਵਕ ਉਹਨਾਂ ਦਾ ਮੋਰਚਰੀ ਦੇ ਵਿੱਚ ਅਸੀਂ ਛੱਡ ਕੇ ਆਉਣਾ, ਤੇ ਬਹੁਤ ਵੀ ਛੱਡ ਕੇ ਆਉਂਦੇ ਸੀਗੇ ਅਸੀਂ ਸਨਮਾਨ ਰਾਈ ਸੰਸਕਾਰ ਵੀ ਕਰਵਾਏ ਆ। ਤੇ ਇਹ ਹੁਣ ਇਹਨਾਂ ਨੇ ਕੀ ਕੀਤਾ ਸਾਡੇ ਨਾਲ, ਸਾਨੂੰ ਪਹਿਲਾਂ ਰੱਖ ਲਿਆ, ਫਿਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਸਾਨੂੰ ਆ ਸਾਲ ਇੱਕ ਸਾਲ ਦਾ ਯੂਜ਼ ਹੀ ਕੀਤਾ। ਤੇ ਹੁਣ ਇਹਨਾਂ ਨੇ ਸਾਨੂੰ ਚਿੱਠੀ ਗੌਰਮੈਂਟ ਪੰਜਾਬ ਸਰਕਾਰ ਨੇ ਦੇ ਦਿੱਤੀ ਵੀ ਜੀ ਇਹਨਾਂ ਨੂੰ ਕੱਢ ਦਿੱਤਾ ਜਾਵੇ, ਸਾਡੀਆਂ ਸੇਵਾਵਾਂ ਬੰਦ ਕੀਤੀਆਂ। ਸਾਨੂੰ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਰੈਗੂਲਰ ਕੀਤਾ ਜਾਵੇ ਤੇ ਸਾਡਾ ਪਰਿਵਾਰ, ਜਿਵੇਂ ਸਾਡਾ ਪਰਿਵਾਰ ਸਾਡੇ ਨੌਕਰੀ ਤੇ ਹੀ ਚੱਲਦਾ ਸੀਗਾ, ਤੇ ਇਹਨਾਂ ਨੇ ਸਾਨੂੰ ਬੇਰੁਜ਼ਗਾਰ ਕਰ ਦਿੱਤਾ। ਮੇਰਾ ਨਾਮ ਸਨੇਹ ਸ਼ਰਮਾ ਹੈ, ਮੈਂ ਵਾਰਡ ਅਟੈਂਡੈਂਟ ਹਾਂ। ਇੱਥੇ 3 ਕੈਟਾਗਰੀਆਂ ਰੱਖੀਆਂ ਗਈਆਂ ਸੀ, ਸਫਾਈ ਸੇਵਕ ਸੀ, ਸਟਾਫ ਨਰਸ ਸੀ ਤੇ ਵਾਰਡ ਅਟੈਂਡੈਂਟ ਸੀ। ਸਾਨੂੰ ਤਿੰਨਾਂ ਨੂੰ ਰੱਖਿਆ ਗਿਆ ਸੀ। ਅਸੀਂ ਬਹੁਤ ਵੱਧ ਚੜ ਕੇ ਇਮਾਨਦਾਰੀ ਨਾਲ ਸਾਰਿਆਂ ਨੇ ਕੰਮ ਕੀਤਾ। ਮੇਰੇ ਭੈਣ ਭਰਾ ਜਿਹੜੇ ਉਹਦੇ ਵਿੱਚ ਰਸੋਈ ਵਿੱਚ ਸੀਗੇ, ਉਹਨਾਂ ਨੇ ਵੀ ਖਾਣਾ ਘੱਟੋ ਘੱਟ 500 ਪੇਸ਼ੈਂਟਾਂ ਦਾ ਬਣਾਉਂਦੇ ਸੀ। ਇੰਨੀ ਜ਼ਿਆਦਾ ਗਰਮੀ ਦੇ ਬਾਵਜੂਦ ਹੁੰਦੇ ਵੀ ਉਹਨਾਂ ਨੇ ਬੜੀ ਨਿਮਰਤਾ ਨਾਲ ਵਧੀਆ ਸੇਵਾ ਉਹਨਾਂ ਨੇ ਕੀਤੀ ਵੱਧ ਚੜ ਕੇ। ਪਰ ਫਿਰ ਵੀ ਸਾਨੂੰ ਇਹ ਇਨਾਮ ਦਿੱਤਾ ਗਿਆ, ਸਾਨੂੰ ਇਹ ਉਮੀਦ ਨਹੀਂ ਸੀਗੀ। ਸਾਨੂੰ ਤਾਂ ਇਹ ਲੱਗਦਾ ਸੀ ਵੀ ਸ਼ਾਇਦ ਇਹ ਸਾਡਾ ਕੁਝ ਵਧੀਆ ਕਰਨਗੇ, ਸਾਡੀਆਂ ਤਨਖਾਹਾਂ ਵਧਾਉਣਗੇ। ਇਹਨਾਂ ਨੇ ਸਾਨੂੰ ਕਿਹਾ ਸੀ ਤੁਹਾਡੀ 18 ਹਜ਼ਾਰ ਅਸੀਂ ਸੈਲਰੀ ਕਰਾਂਗੇ, ਫਿਰ ਵੀ ਇਹਨਾਂ ਨੇ ਸਾਨੂੰ 8 ਹਜ਼ਾਰ ਤੇ ਰੱਖਿਆ। ਇਹਨਾਂ ਨੇ ਸਾਨੂੰ ਇਹ ਵੀ ਕਿਹਾ ਵੀ ਤੁਸੀਂ ਛੁੱਟੀ ਤੋਂ ਬਿਨਾਂ ਆਪਦੀਆਂ ਡਿਊਟੀਆਂ ਕਰੋ, ਅਸੀਂ ਤੁਹਾਨੂੰ ਛੁੱਟੀਆਂ ਦੀਆਂ ਵੀ ਸੈਲਰੀਆਂ ਦੇਵਾਂਗੇ। ਪਰ ਇਹਨਾਂ ਨੇ ਸਾਡੀ ਵਧਾ ਕੇ ਉਹ ਕੋਈ ਸੈਲਰੀ ਨਹੀਂ ਦਿੱਤੀ, ਸਾਨੂੰ ਛੁੱਟੀਆਂ ਵੀ ਨਹੀਂ ਦਿੱਤੀਆਂ। ਅਸੀਂ ਲਗਾਤਾਰ 2 ਮਹੀਨੇ ਕੰਮ ਕਰਦੇ ਰਹੇ ਹਾਂ। ਸਾਡੇ ਨਾਲ ਬਹੁਤ ਧੋਖਾਧੜੀ ਹੋਈ ਹੈ। ਬਸ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਨੂੰ ਇਹ ਜੋ ਵੀ ਅਸੀਂ ਮੰਗ ਰਹੇ ਹਾਂ, ਸਾਡੀ ਮੰਗ ਹੈ, ਉਹਨੂੰ ਸਾਨੂੰ ਕਬੂਲ ਕੀਤਾ ਜਾਵੇ। ਸਰਕਾਰ ਸਾਡੀ ਇਹ ਮੰਗ ਨੂੰ ਪੂਰਾ ਕਰੇ, ਜੋ ਅਸੀਂ ਮੰਗ ਰਹੇ ਹਾਂ ਸਾਡੀਆਂ ਸੇਵਾਵਾਂ ਉੱਦਾਂ ਜਾਰੀ ਕਰਨ। ਮੇਰਾ ਨਾਮ ਜਸਵੀਰ ਕੌਰ ਹੈ। ਹਾਂਜੀ, ਮੈਂ ਇੱਥੇ ਸਫਾਈ ਸੇਵਕ ਹਾਂ। ਅਸੀਂ ਕਰੋਨਾ ਦੇ ਵਿੱਚ ਰੱਖੇ ਗਏ ਸੀਗੇ ਤੇ ਹੁਣ ਇਹਨਾਂ ਨੇ ਸਾਡੇ ਵਾਸਤੇ ਲੈਟਰ ਕੱਢ ਦਿੱਤਾ ਕਿ ਤੁਹਾਨੂੰ ਹੁਣ 30 ਤਰੀਕ ਤੱਕ ਬਾਹਰ ਕੱਢਿਆ ਜਾਏਗਾ। ਇਹਦੇ ਵਿੱਚ ਇਹਨਾਂ ਨੂੰ ਇਹ ਨਹੀਂ ਪਤਾ ਸੀ ਡੈੱਡ ਬੋਡੀਆਂ ਲੈ ਕੇ ਜਾਂਦੇ ਰਹੇ, ਧੁੱਪਾਂ ਦੇ ਵਿੱਚ ਖੜ੍ਹਦੇ ਰਹੇ। ਜਦੋਂ ਅਸੀਂ ਵਾਚ ਦੇ ਵਿੱਚ ਅੰਦਰ ਵਾਚਰੀ 'ਚ ਲੈ ਕੇ ਜਾਂਦੇ ਰਹੇ ਨਾ, ਉੱਥੇ ਸਾਨੂੰ ਕਹਿੰਦੇ ਸੀ ਹਜੇ ਵਾਚਰੀ ਵਿਹਲੀ ਨਹੀਂ ਹੈਗੀ, ਡੈੱਡ ਬੋਡੀ ਲੈ ਕੇ ਅਸੀਂ ਘੰਟਾ ਖੜੇ ਰਹਿੰਦੇ ਸੀਗੇ। ਜੇ ਅਸੀਂ ਕਿਸੇ ਨੂੰ ਕਹਿੰਦੇ ਹੁੰਦੇ ਸੀ ਸਾਨੂੰ ਪਾਣੀ ਪਿਆ ਦੇ, ਸਾਡੇ ਤੋਂ ਕਹਿ ਦਿੰਦੇ ਸੀ ਨਾ ਤੁਸੀਂ ਤਾਂ ਕਰੋਨਾ ਵਾਲੇ, ਸਾਡੇ ਤੋਂ ਦੂਰ ਭੱਜਦੇ ਸੀਗੇ। ਅੱਜ ਇਹ ਸਾਨੂੰ ਸਰਕਾਰ ਕੱਢ ਰਹੀ ਹੈ, ਕਾਸ ਵਾਸਤੇ ਕੱਢ ਰਹੀ ਹੈ, ਕਿਉਂ ਕੱਢ ਰਹੀ ਹੈ? ਸਾਡੇ ਘਰ ਦਾ ਇਹਨਾਂ ਨੇ ਚੁੱਲ੍ਹਾ ਕਿਉਂ ਬੰਦ ਕਰ ਦਿੱਤਾ? ਮੇਰੇ ਘਰ ਵਿੱਚ 6-7 ਜਾਣੇ ਆ, ਮੈਂ ਇਕੱਲੀ ਕਮਾਉਣ ਵਾਲੀ ਆ। ਦੱਸ ਮੈਂ ਇਹਨਾਂ ਨੂੰ ਕਿੱਥੋਂ ਖਵਾਉਂਗੀ, ਕਿੱਥੋਂ ਪਾਉਂਗੀ? ਇਹਨਾਂ ਨੇ ਕਿਉਂ ਇਹ ਸਾਡੇ ਨਾਲ ਐਡਾ ਧੱਕੇਸ਼ਾਹੀ ਕੀਤਾ? ਕਿਉਂ ਸਾਡੇ ਚੁੱਲ੍ਹੇ ਇਹਨਾਂ ਨੇ ਬੰਦ ਕਰ ਦਿੱਤੇ ਆ? ਪਹਿਲਾਂ ਕਹਿੰਦੇ ਸੀ ਹਾਂ ਤੁਹਾਨੂੰ ਇਹ ਕਰਾਂਗੇ, ਤੁਹਾਨੂੰ ਉਹ ਕਰਾਂਗੇ, ਤੁਹਾਨੂੰ ਪੱਕੇ ਕਰਾਂਗੇ, ਤੁਹਾਨੂੰ ਆਹ ਕਰਾਂਗੇ। ਹੁਣ ਇਹਨਾਂ ਨੇ ਕੁਝ ਨਹੀਂ ਕੀਤਾ ਸਾਡੇ ਬਾਰੇ। ਬੜਾ ਸਾਡੇ ਨਾਲ ਇੰਨਾ ਜ਼ਿਆਦਾ ਧੱਕਾ ਹੋ ਗਿਆ ਨਾ ਕਿ ਅਸੀਂ ਕੁਝ ਕਹਿ ਨਹੀਂ ਸਕਦੇਗੇ। ਠੀਕ ਹੈ, ਇੰਨੀ ਅਸੀਂ ਡੈੱਡ ਬੋਡੀਆਂ ਲੈ ਕੇ ਜਾਂਦੇ ਰਹੇ। ਹਰ ਇੱਕ ਜੈਂਟਸ ਨੂੰ ਐਡੇ ਮੋਟੀ ਹੁੰਦੇ ਸੀਗੇ, ਲੇਡੀਜ਼ ਹੁੰਦੇ ਸੀਗੇ, ਇੱਕ ਸਫਾਈ ਸੇਵਕ ਹੁੰਦੇ ਸੀਗੇ, ਅਸੀਂ ਇੱਕ ਸਾਡੇ ਨਾਲ ਹੈਲਪਰ ਹੁੰਦਾ ਸੀਗਾ। ਅਸੀਂ ਉਹਨਾਂ ਨੂੰ ਅੱਧੀ ਰਾਤ ਤੱਕ ਪੈਕ ਕਰਦੇ ਸੀ, ਅੱਧੀ ਰਾਤ ਤੱਕ ਲੈ ਕੇ ਅਸੀਂ ਵਾਚਰੀ 'ਚ ਜਾਂਦੇ ਸੀਗੇ। ਉੱਧਰੋਂ ਅਸੀਂ ਕਿੱਟ ਦੇ ਵਿੱਚ ਵਾਪਸ ਆਉਂਦੇ ਸੀਗੇ। ਸਾਨੂੰ ਪਾਣੀ ਵੀ ਨਹੀਂ ਪੁੱਛਦਾ ਸੀਗਾ, ਅਸੀਂ ਉਹਦੇ ਵਿੱਚ ਬੈਠੇ ਰਹਿੰਦੇ ਸੀਗੇ। ਅਸੀਂ ਇਸ਼ਾਰੇ ਕਰਦੇ ਹੁੰਦੇ ਸੀ ਕਿ ਸਾਨੂੰ ਪਾਣੀ ਪਿਲਾ ਦਿਓ, ਕੋਈ ਨਹੀਂ ਸਾਨੂੰ ਪਾਣੀ ਪਿਲਾਉਂਦਾ ਸੀ। ਕਹਿੰਦੇ ਸੀ ਨਹੀਂ ਤੁਸੀਂ ਤਾਂ ਕਰੋਨਾ ਵਾਲੇ ਆ, ਸਾਨੂੰ ਵੀ ਨਾ ਕਰੋਨਾ ਹੋ ਜਾਵੇ। ਅੱਜ ਸਰਕਾਰ ਸਾਡੇ ਤੋਂ ਕਿਉਂ ਭੱਜ ਰਹੀ ਹੈ? ਕਿਉਂ ਨਹੀਂ ਜੋ ਸਾਡੇ ਹੱਕ ਸਾਨੂੰ ਕਿਉਂ ਨਹੀਂ ਦੇ ਰਹੀਗੀ? ਬਸ ਜੀ, ਥੈਂਕ ਯੂ। ਜਗਮੀਤ ਸਿੰਘ ਬਤੌਰ ਸਫਾਈ ਸੇਵਕ ਦੇ ਕੰਮ ਕਰ ਰਹੇ ਹਾਂ ਇੱਥੇ। ਸਾਨੂੰ ਪਿਛਲੇ ਸਤੰਬਰ ਦੇ ਵਿੱਚ ਰੱਖਿਆ ਗਿਆ ਸੀਗਾ। ਸਾਡੇ ਤੋਂ ਇੰਨਾ ਕੁ ਕੰਮ ਲਿਆ ਜਾਂਦਾ ਸੀਗਾ ਵੀ ਡੈੱਡ ਬੋਡੀਆਂ 15 ਡੈੱਡ ਬੋਡੀਆਂ ਛਡਾ ਕੇ ਆਉਂਦੇ ਰਹੇ ਹਾਂ। ਬਾਥਰੂਮ ਵਾਲੀਆਂ ਥੈਲੀਆਂ ਅਸੀਂ ਬਦਲਦੇ ਰਹੇ ਹਾਂ। ਡੈਪਰ, ਮਰੀਜ਼ਾਂ ਦੇ ਡੈਪਰ ਖੂਨ ਨਾਲ ਲਿਬੜੀਆਂ ਕੰਧਾਂ ਸਾਫ਼ ਕਰਦੇ ਰਹੇ ਹਾਂ ਅਸੀਂ ਬਿਨਾਂ ਗਲਵਜ਼ਾਂ ਤੋਂ। ਕਈ ਵਾਰ ਗਲਵਜ਼ ਵੀ ਨਹੀਂ ਹੁੰਦੇ ਸੀਗੇ। ਇਹਨਾਂ ਨੇ ਕਹਿ ਦੇਣਾ ਵੀ ਚਲੋ ਕੋਈ ਨਹੀਂ ਗਲਵਜ਼ਾਂ ਨਹੀਂ, ਤੁਸੀਂ ਕੰਮ ਜਾਰੀ ਰੱਖੋ, ਵੀ ਕੰਮ ਨਾ ਛੱਡੋ। ਇੰਨਾ ਗੰਦ ਸਾਫ਼ ਕਰਦੇ ਹੁੰਦੇ ਸੀਗੇ। ਪਰ ਇਹਨਾਂ ਨੇ ਹੁਣ ਸਾਨੂੰ ਉਮੀਦ ਸੀਗੀ ਵੀ ਚੰਨੀ ਜੀ ਮੁੱਖ ਮੰਤਰੀ ਬਣੇ, ਕੁਛ ਨਾ ਕੁਛ ਸਾਡਾ ਕਰਨਗੇ, ਵੀ ਸਾਨੂੰ ਰੈਗੂਲਰ ਕਰਨਗੇ। ਰੈਗੂਲਰ ਤਾਂ ਕੀ ਕਰਨਾ ਸੀਗਾ, ਜਿਹੜੀਆਂ ਅਸੀਂ ਡਿਊਟੀਆਂ ਕਰ ਰਹੇ ਸੀਗੇ ਬਤੌਰ, ਉਹ ਵੀ ਸਾਡੇ ਤੋਂ ਖੋਹ ਲਈਆਂ ਗਈਆਂ। ਅਸੀਂ ਅੱਜ ਬੇਰੁਜ਼ਗਾਰ ਸਾਨੂੰ ਕਰ ਦਿੱਤਾ ਗਿਆ। ਸਾਡੇ ਕੋਲੇ ਅੱਜ ਰੋਟੀ ਖਾਣ ਨੂੰ ਆਟਾ ਦਾਲ ਕੁਛ ਵੀ ਨਹੀਂ ਗਾ। ਅੱਜ ਭੁੱਖੇ ਮਰ ਗਏ।